ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦਾ ਸਟਾਫ ਆਪਣੀਆਂ ਤਨਖਾਹਾਂ ਦੇ ਮਸਲੇ ਨੂੰ ਲੈ ਕੇ ਸੜਕਾਂ ਉੱਪਰ ਹੈ। ਸ਼ਹਾਦਰਾ ਸਕੂਲ ਦੇ ਬਾਹਰ ਪੱਕਾ ਮੋਰਚਾ ਲਾਈ ਬੈਠੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਗੱਲ ਸੁਣਨ ਦੀ ਥਾਂ ਦਿੱਲੀ ਕਮੇਟੀ ਹੋਰ ਨਾਦਰਸ਼ਾਹੀ ਫਰਮਾਨ ਚਾੜ ਰਹੀ ਹੈ। ਰੋਜ਼ ਧਰਨੇ ਦੀ ਅਗਵਾਈ ਕਰ ਰਹੇ ਸਟਾਫ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਸਸਪੈਂਡ ਕੀਤਾ ਜਾ ਰਿਹਾ ਹੈ, ਜਿਸ ਦੀ ਜ਼ੋਰਦਾਰ ਸ਼ਬਦਾਂ 'ਚ ਵਿਰੋਧਤਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ DSGNC ਅਹੁਦੇਦਾਰਾਂ ਨੂੰ ਘੇਰਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਸਰਦਾਰ ਰਮਨਦੀਪ ਸਿੰਘ ਸੋਨੂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਪਰਮਜੀਤ ਸਿੰਘ ਖੁਰਾਣਾ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ DSGNC ਨੂੰ ਸ਼ੀਸ਼ਾ ਵਿਖਾਇਆ ਹੈ ਕਿ ਤੁਹਾਡੀਆਂ ਬਦ ਇੰਤਜ਼ਾਮੀਆਂ ਦਾ ਹੀ ਨਤੀਜਾ ਹੈ ਕਿ ਅੱਜ ਗੁਰੂ ਦਾ ਦਰਜਾ ਦੇ ਅਧਿਆਪਕ ਆਪਣੇ ਹੱਕਾਂ ਲਈ ਸੜਕਾਂ ਤੇ ਧਰਨਾ ਦੇ ਰਹੇ ਹਨ ਅਤੇ ਤੁਹਾਡੇ ਕੋਲ ਉਹਨਾਂ ਦੀ ਫਰਿਆਦ ਸੁਣਨ ਦਾ ਵਕਤ ਨਹੀਂ, ਉਲਟਾ ਉਹਨਾਂ ਨੂੰ ਸਸਪੈਂਡ ਕਰਨ ਦੇ ਫਰਮਾਨ ਜਾਰੀ ਕਰ ਰਹੇ ਹੋ। ਤੁਸੀਂ ਸਵਾਲ ਸਰਨਾ ਧੜੇ ਤੇ ਚੁੱਕਦੇ ਹੋ, ਪਰ ਇਸ ਹਕੀਕਤ ਤੋਂ ਮੂੰਹ ਕਿਉਂ ਮੋੜ ਰਹੇ ਹੋ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਵੇਲੇ ਕਦੇ ਕਿਸੇ ਸਟਾਫ ਨੂੰ ਤਨਖਾਹਾਂ ਲਈ ਧਰਨੇ ਨਹੀਂ ਲਾਉਣੇ ਪਏ ਸਨ। ਅੱਜ ਕਮੇਟੀ ਦੇ ਖਜ਼ਾਨੇ ਦੀ ਕੀ ਸੂਰਤ ਹਾਲ ਹੈ? ਪਰਮਜੀਤ ਸਿੰਘ ਸਰਨਾ ਵੇਲੇ 123 ਕਰੋੜ ਦੀ FD ਉਹ ਛੱਡ ਕੇ ਗਏ ਸਨ, ਪਰ ਤੁਹਾਡੇ ਵੇਲੇ ਮਾਲਾ ਮਾਲ DSGNC ਕਿਵੇਂ ਕੰਗਾਲ ਹੋ ਗਈ? ਪਹਿਲਾਂ ਇਸ ਦਾ ਜਵਾਬ ਦੇਵੋ। ਦਿੱਲੀ ਸਿੱਖਾਂ ਲਈ ਅੱਜ ਬਹੁਤ ਨਮੋਸ਼ੀ ਸਾਨੂੰ ਮਹਿਸੂਸ ਹੋ ਰਹੀ ਹੈ ਇੱਥੇ ਆ ਕੇ ਕਿ ਜਿਹੜੀ ਸਿੱਖ ਕੌਮ ਸੰਸਾਰ ਭਰ ਦੇ ਵਿੱਚ ਲੰਗਰ ਵਰਤਾ ਰਹੀ, ਰਸਦ ਵੰਡ ਰਹੀ, ਦਵਾਈਆਂ ਦੀ ਸੇਵਾ ਕਰ ਰਹੀ, ਖੂਨ ਦਾ ਕੈਂਪ ਲਾ ਰਹੀ, ਕਿਸੇ ਚੀਜ਼ ਦੀ ਲੋੜ ਹੈ ਸਾਰੇ ਸੰਸਾਰ ਦੇ ਵਿੱਚ ਸਿੱਖ ਕੌਮ ਦਾ ਨਾਮ ਹੋ ਰਿਹਾ ਤੇ ਅੱਜ ਇੱਥੇ ਸਾਡੇ ਜਿਹੜੇ ਗੁਰੂਆਂ ਦੇ ਨਾਂ ਤੇ ਸਕੂਲ ਹੈ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਉਹਦੇ ਵਿੱਚ ਸਾਡੇ ਟੀਚਰਸ ਮਤਲਬ ਗੁਰੂ ਨੂੰ, ਉਹਨਾਂ ਨੂੰ ਆਪਣਾ ਹੱਕ ਲੈਣ ਲਈ ਅੱਜ ਇੱਥੇ ਜਦੋਜਹਿਦ ਕਰਨੀ ਪੈ ਰਹੀ ਹੈ, ਸਟ੍ਰਾਈਕ ਕਰਨੀ ਪੈ ਰਹੀ ਹੈ। ਔਰ ਜਿਹੜੇ ਆਪਣਾ ਹੱਕ ਮੰਗ ਰਹੇ ਆ, ਸਿੱਖ ਕੌਮ ਨੇ ਹਮੇਸ਼ਾ ਆਪਣਾ ਕਿ ਦੂਜਿਆਂ ਦਾ ਵੀ ਮਜ਼ਲੂਮਾਂ ਦੀ ਰਾਖੀ ਕੀਤੀ, ਔਰਤਾਂ ਦੀ ਰਾਖੀ ਕੀਤੀ, ਹਮੇਸ਼ਾ ਸਾਰਿਆਂ ਦਾ ਹੱਕ ਮੰਗਿਆ ਤੇ ਜਿਹੜਾ ਹੱਕ ਮੰਗ ਰਿਹਾ ਮੈਡਮ ਜਸਵੰਤ ਕੌਰ, ਇਹ 4 ਦਿਨ ਤੋਂ ਲਗਭਗ ਇੱਥੇ ਬੈਠੇ ਆ ਮੰਡੇ ਤੋਂ, ਤੇ ਇਹਨਾਂ ਨੂੰ ਵੀ ਪਰਸੋਂ ਸਸਪੈਂਡ ਕਰਤਾ ਹੱਕ ਮੰਗਣ ਲਈ, ਕਿਉਂਕਿ ਆਪਣੀ ਇਹ ਕਿਰਤ ਕਮਾਈ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਆ ਉਹਦੀ ਇਹ ਸੈਲਰੀ ਮੰਗ ਰਹੇ ਸੀਗੇ, ਉਹਦੇ ਲਈ ਇਹ ਸਟ੍ਰਾਈਕ ਕਰ ਰਹੇ ਸੀ। ਇਹਨਾਂ ਨੂੰ ਸਸਪੈਂਸ਼ਨ ਦਾ ਆਰਡਰ ਦਿੱਤਾ। ਇਹ ਸਿੱਖਾਂ ਲਈ ਕੀ ਇਸ ਤੋਂ ਵੱਡੀ ਨਮੋਸ਼ੀ ਹੋਰ ਕੀ ਹੋ ਸਕਦੀ ਹੈ? ਦਿੱਲੀ ਗੁਰਦੁਆਰਾ ਕਮੇਟੀ ਜਿਹੜੇ ਮੈਂਬਰ ਸਾਹਿਬਾਨ ਹੈ, ਇਹਨਾਂ ਦਾ ਵੈਸੇ ਫਰਜ਼ ਹੁੰਦਾ ਦਿੱਲੀ ਦੇ ਅਦਾਰਿਆਂ ਦੀ, ਗੁਰਧਾਮਾਂ ਦੀ, ਸਾਡਾ ਜਿਹੜਾ ਇਤਿਹਾਸ ਹੈ ਉਹਨੂੰ ਸੰਭਾਲ ਕੇ ਰੱਖਣਾ, ਉਹਦੀ ਸੇਵਾ ਸੰਭਾਲ ਕਰਨੀ ਤੇ ਲੋਕਾਂ ਤੱਕ ਇਤਿਹਾਸ ਆਪਣਾ ਸਾਰਾ ਕੁਝ ਦੱਸਣਾ। ਪਰ ਜਿਹੜੇ ਮੌਜੂਦਾ ਪ੍ਰਬੰਧਕ ਹੈ, ਇਹਨਾਂ ਦਾ ਕੰਮ ਹੈ ਆਪਣੇ ਆਕਾਵਾਂ ਦੀ ਸੇਵਾ ਕਰਨੀ ਆ, ਉਹਨਾਂ ਕੋਲ ਕਾਉਂਸਲਰ, MLA ਅਹੁਦੇਦਾਰੀਆਂ ਲੈਣੀਆਂ। ਇਸ ਲਈ ਵਾਹਵਾਹੀ ਕਰਨ ਲਈ ਇਹਨਾਂ ਨੇ 2 ਕਰੋੜ ਰੁਪਏ ਤੱਕ ਦੀ ਇੱਕ ਨੈਸ਼ਨਲ TV ਦੇ ਵਿੱਚ ਐਡ ਦਿੱਤੀ ਲੰਗਰ ਲਈ। ਕਦੀ ਸੁਣਿਆ ਕਿ ਸਿੱਖ ਨੇ ਕਦੀ ਪੈਸੇ ਵੀ ਮੰਗੇ ਆ? ਸਾਡੀ ਕੌਮ ਨੇ, ਸਾਡੀ ਕੌਮ ਦੇ ਵਿੱਚ ਕਨਸੈਪਟ ਜਿਹੜਾ ਹੈ ਉਹ ਦਸਵੰਧ ਦਾ, ਫਿਰ ਵੀ ਇਹਨਾਂ ਕੋਲ 40 ਕਰੋੜ ਦੇ ਲਗਭਗ ਇਕੱਠਾ ਹੋਇਆ। ਉਹ ਪੈਸਾ ਵੀ ਇਹਨਾਂ ਨੇ ਕਿੱਥੇ ਖੁਰਦ-ਬੁਰਦ ਕਰਤਾ? ਇਹ ਸੰਗਤਾਂ ਆਪੇ ਇਹਨਾਂ ਕੋਲ ਹਿਸਾਬ ਮੰਗਣਗੀਆਂ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਲਗਭਗ 6-7 ਮਹੀਨੇ ਪਹਿਲੇ ਇੱਕ ਕਮੇਟੀ ਕਿਹਾ ਸੀਗਾ ਇੱਥੇ ਮੌਜੂਦਾ ਪ੍ਰਧਾਨ ਤੇ ਸਕੱਤਰ ਨੂੰ ਕਿ ਇੱਕ ਕਮੇਟੀ ਬਣਾਓ ਤੇ ਜਿਹੜਾ ਪਿਛਲਾ ਸਾਰਾ ਰਿਕਾਰਡ ਹੈ ਕਿ ਸਰਨਾ ਸਾਹਿਬ ਇਹ ਕਹਿੰਦੇ ਸੀ, ਸਰਨਾ ਸਾਹਿਬ ਕਹਿੰਦੇ ਸੀ ਵੀ ਅਸੀਂ 123 ਕਰੋੜ ਰੁਪਏ ਦੀ FDਆਂ ਛੱਡ ਕੇ ਗਏ ਹਾਂ, ਜਿਹਦੇ ਵਿੱਚੋਂ 53 ਕਰੋੜ ਦੀਆਂ ਲਗਭਗ ਜਿਹੜੀ FDਆਂ ਉਹ ਸਕੂਲਾਂ ਦੀਆਂ, ਤੇ ਜਦ ਉਹ ਬਚ ਸਕਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਨੁਕਸਾਨ ਕਿਸ ਤਰ੍ਹਾਂ ਹੋ ਰਿਹਾ ਹੈ? ਇਹ ਗੱਲ ਲਈ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣਾ ਪੂਰੀ ਦਿੱਲੀ ਕਮੇਟੀ ਦਾ ਇੱਕ ਆਡਿਟ ਹੋਣਾ ਚਾਹੀਦਾ। ਇਹਨਾਂ ਦਾ ਕਹਿਣਾ ਅਗਰ ਤੁਸੀਂ ਸੁਣੋਗੇ, ਇਹ ਤਾਂ ਕਹਿੰਦੇ ਸੀ ਕਿ ਸਰਨਾ ਸਾਹਿਬ ਨੇ ਬਾਲਾ ਸਾਹਿਬ ਹਸਪੀਟਲ ਵੇਚਤਾ। ਕਦੀ ਇਤਿਹਾਸ ਦੇ ਵਿੱਚ ਕਦੀ ਹੋਇਆ ਕਿ ਕੋਈ ਗੁਰੂ ਧਾਮ ਦੀ ਜਗ੍ਹਾ ਵਿਕ ਸਕਦੀ ਹੈ ਜਾਂ ਉਹਨੂੰ ਕੌਣ ਖਰੀਦੇਗਾ? ਇਹ ਕਹਿੰਦੇ ਸੀ ਪਾਰਕਿੰਗ ਵੇਚਤੀ। ਅਗਰ ਇਹ ਗੱਲਾਂ ਕਹਿੰਦੇ ਤੇ ਅਸੀਂ 123 ਕਰੋੜ ਰੁਪਏ ਦੀਆਂ FDਆਂ ਛੱਡ ਕੇ ਗਈਆਂ, ਫਿਰ ਆਡਿਟ ਕਿਉਂ ਨਹੀਂ ਕਰਾਉਂਦੇ? ਭੱਜਦੇ ਕਿਉਂ ਹੈ? ਜੇ ਆਡਿਟ ਕਰਾਉਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਸਾਰੀ ਸੰਗਤ ਨੂੰ ਪਤਾ ਹੈ ਸਰਨਾ ਸਾਹਿਬ ਦੇ ਟਾਈਮ ਤੱਕ ਟੀਚਰਾਂ ਨੂੰ ਸੜਕਾਂ 'ਤੇ ਨਹੀਂ ਆਉਣਾ ਪਿਆ। ਟੀਚਰਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਗੁਰਦੁਆਰਾ ਰਕਾਬਗੰਜ ਵਿੱਚ ਜਿਹੜਾ ਦਫ਼ਤਰ ਹੈ ਦਿੱਲੀ ਗੁਰਦੁਆਰਾ ਕਮੇਟੀ ਦਾ, ਉੱਥੇ ਪੂਰੀ ਰਾਤ ਧਰਨਾ ਦਿੱਤਾ ਉਹਨਾਂ ਨੇ, 2 ਦਿਨ ਤੱਕ, ਪੂਰਾ 2 ਦਿਨ ਤੇ 1 ਰਾਤ ਪੂਰੀ ਬਹਿ ਕੇ। ਇਹ ਕਦੀ ਸਰਨਾ ਸਾਹਿਬ ਦੇ ਟਾਈਮ ਤੇ ਹੋਇਆ ਸੀਗਾ? ਉਹਨਾਂ ਦੇ ਟਾਈਮ ਤੇ ਹਮੇਸ਼ਾ ਸਰਪਲਸ ਦਿੰਦੇ ਸੀ। ਤੁਸੀਂ ਪਿੱਛੇ ਦੇਖੋ, ਇਹਨਾਂ ਨੇ ਬੈਨਰ ਆਪ ਲਾਇਆ, ਸਕੂਲ ਦੇ ਟੀਚਰਾਂ ਨੇ ਲਾਇਆ, ਅਸੀਂ ਨਹੀਂ ਲਾਇਆ, ਇਹ ਸਕੂਲ ਦੇ ਟੀਚਰਾਂ ਨੇ ਲਾਇਆ ਕਿ 27 ਕਰੋੜ ਰੁਪਏ ਦੀ FD ਇਸ ਸਕੂਲ ਤੋਂ ਤੁੜਵਾ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਲੈ ਗਏ ਆ। ਇਹਦਾ ਮਤਲਬ ਪੈਸੇ ਸੀਗੇ ਨਾ ਇੱਥੇ, ਸਰਨਾ ਸਾਹਿਬ ਦੇ ਟਾਈਮ ਪੈਸੇ ਬਚੇ ਹੋਏ ਸੀਗੇ ਨਾ। ਜੇ ਪੈਸੇ ਨਾ ਬਚੇ ਹੁੰਦੇ ਸਕੂਲ ਕਿੱਦਾਂ ਚੱਲ ਰਹੇ ਹੁੰਦੇ? ਅਸੀਂ ਜਿਹੜੇ ਇਸ ਲਾਈਨ ਦੇ ਸਪੈਸ਼ਲਿਸਟ ਨੇ, ਅਸੀਂ ਉਹਨਾਂ ਨਾਲ ਲੈ ਕੇ ਆਪਣੀ ਰਾਏ ਲਵਾਂਗੇ। ਅਗਰ ਜ਼ਰੂਰਤ ਪਈ ਤਾਂ ਅਸੀਂ ਉਹਨਾਂ ਨੂੰ ਆਪਣੇ ਨਾਲ ਰੱਖਾਂਗੇ, ਉਹਨਾਂ ਦੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ। ਇਹਨਾਂ ਜਿਹੜਾ ਅਦਾਰਿਆਂ ਨੂੰ ਅਸੀਂ ਕਿਵੇਂ ਇਹਨਾਂ ਦਾ ਮਿਆਰ ਉੱਚਾ ਲੈ ਕੇ ਜਾਵਾਂਗੇ, ਕਿਉਂਕਿ ਪਹਿਲੇ ਤੁਸੀਂ ਦੇਖਿਆ ਹੋਣਾ ਜਦੋਂ ਸਰਨਾ ਸਾਹਿਬ ਦੇ ਟਾਈਮ ਤੇ ਕਿੰਨੇ ਬੱਚੇ ਸੀ, ਇਹ ਹਾਲਤ ਸੀ ਵੀ ਲੋਕਾਂ ਨੂੰ ਐਡਮਿਸ਼ਨਾਂ ਨਹੀਂ ਮਿਲਦੀਆਂ ਸੀ, ਸਿਫਾਰਸ਼ਾਂ ਲਗਵਾਉਣੀਆਂ ਪੈਂਦੀਆਂ ਸੀ। ਅੱਜ ਕੀ ਹਾਲਤ ਹੈ? ਇਹ ਅਖਬਾਰਾਂ ਵਿੱਚ ਔਰ TVਆਂ 'ਚ ਐਡ ਦੇ ਰਹੇ ਨੇ ਜੀ ਆਪਣੇ ਬੱਚਿਆਂ ਨੂੰ ਸਕੂਲ 'ਚ ਭੇਜੋ। ਇਹਦੇ 'ਚ ਕੋਈ ਸ਼ੱਕ ਨਹੀਂ, ਬੜੇ ਇੰਡਸਟਰੀਸਟ, ਬੜੇ ਸਿਆਣੇ ਲੋਕ ਇਹਨਾਂ ਦੇ ਨਾਲ ਜੁੜੇ ਸੀ। ਜਦੋਂ ਇਹਨਾਂ ਦੇ ਹਾਲਾਤ ਦੇਖੇ ਵੀ ਇਹਨਾਂ ਦਾ ਤਾਂ ਇੱਕੋ ਹੀ ਮਕਸਦ ਹੈ, ਸਿਰਫ ਪੋਲੀਟੀਕਲ ਮਾਈਲੇਜ ਨੂੰ ਕਵਰ ਕਰਨਾ, ਵੀ ਕਿਸੇ ਤਰੀਕੇ ਸਾਨੂੰ MLA
ਕੌਂਸਲਰ ਦੀਆਂ ਔਰ MP ਦੀਆਂ ਟਿਕਟਾਂ ਮਿਲ ਜਾਣ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਹੁਣ ਤਾਜੀ ਗੱਲ ਮੈਂ ਆਪ ਨੂੰ ਕਰਨਾ ਚਾਹੁੰਦਾ, ਵੈਸੇ ਇਹ ਇਸ ਗੱਲ ਦਾ ਮੁੱਦਾ ਨਹੀਂ ਹੈ ਵੀ ਕਿਸਾਨਾਂ ਦੇ ਬਿੱਲ ਦੇ ਉੱਤੇ ਹਰਸਿਮਰਤ ਕੌਰ ਬਾਦਲ ਜੀ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ, ਆਪਣੀ ਮਿਨਿਸਟਰੀ ਤੋਂ ਅਸਤੀਫਾ ਦੇ ਦਿੱਤਾ, ਦੇਣਾ ਵੀ ਚਾਹੀਦਾ ਵੇ। ਮਜ਼ਾਕ ਬਣਿਆ ਹੈ। ਪੰਜਾਬ ਹੀ ਤੁਸੀਂ ਗਠਬੰਧਨ ਕਰਕੇ ਚਲਾ ਰਹੇ ਹੋ, ਹਰਿਆਣੇ ਤੁਸੀਂ ਆਪਣੀ ਸਰਕਾਰ ਆਪਣੇ ਇਲੈਕਸ਼ਨ ਅਲੱਗ ਲੜੇ ਨੇ, ਦਿੱਲੀ ਵਿੱਚ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ, ਤੁਸੀਂ ਉਹਨਾਂ ਦੇ ਖਿਲਾਫਤ ਨਹੀਂ ਕੀਤੀ, ਤੁਸੀਂ ਕਰਦੇ ਕੀ ਪਿਓ? ਇੱਕ ਤੁਸੀਂ BJP ਦੇ ਨਾਲ ਹੋ ਜਾਂ ਅਲੱਗ ਹੋ? ਕਿਉਂਕਿ ਤੁਹਾਨੂੰ ਮਲਾਈ ਚਾਹੀਦੀ ਹੈ, ਜਿੱਥੋਂ ਤੁਹਾਨੂੰ ਮਲਾਈ ਮਿਲ ਜਾ ਤੁਹਾਨੂੰ ਉਧਰ ਚਾਹੀਦਾ ਵੇ। ਇਸ ਕਰਕੇ ਜਿੰਨੇ ਵੀ ਇੰਡਸਟਰੀ ਸੀ ਜਾਂ ਜਿਹੜੇ ਸਿਆਣੇ ਲੋਕ ਸੀ ਉਹ ਸਾਰੇ ਇਹਨਾਂ ਦੀ ਹਰਕਤਾਂ ਦੇਖ ਕੇ ਦੂਰ ਹੁੰਦੇ ਗਏ ਨੇ। ਉਹਨਾਂ ਨੇ ਕਿਹਾ ਜੀ ਆ ਤਾਂ ਇਹਨਾਂ ਦਾ ਕੰਮ ਹੀ ਸਿਰਫ ਪੋਲੀਟੀਕਲ ਮਾਈਲੇਜ ਲੈਣਾ, ਇਸ ਕਰਕੇ ਉਹ ਸਾਰੇ ਪਿੱਛੇ ਹਟ ਗਏ ਨੇ। ਔਰ ਮੈਂ ਆਪ ਜੀ ਨੂੰ ਵਿਸ਼ਵਾਸ ਦਿਲਾ ਕੇ ਕਹਿਣਾ ਵਾ, ਵਾਹਿਗੁਰੂ ਸੱਚਾ ਪਾਤਸ਼ਾਹ ਬਖਸ਼ਿਸ਼ ਕਰੇ ਸਾਨੂੰ, ਅਗਰ ਇਹ ਸੇਵਾ ਮਿਲੇਗੀ ਅਸੀਂ ਅੱਛੇ ਸਿਆਣੇ ਜਿਹੜੇ ਇਸ ਲਾਈਨ ਦੇ ਬੰਦੇ ਨੇ ਉਹਨਾਂ ਨਾਲ ਸਲਾਹ ਕਰਕੇ ਔਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਅਸੀਂ ਇਸ ਦਾ ਮਿਆਰ ਵੱਧ ਤੋਂ ਵੱਧ ਜਿੰਨਾ ਉੱਚਾ ਹੋ ਗਿਆ ਅਸੀਂ ਉੱਚਾ ਕਰਾਂਗੇ। ਸਰਦਾਰ ਰਮਨਦੀਪ ਸਿੰਘ ਸੋਨੂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਪਰਮਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਅਸੀਂ ਬਤੌਰ ਵਿਰੋਧੀ ਧਿਰ ਨਹੀਂ ਵਿਚਰ ਰਹੇ, ਬਲਕਿ ਇਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਕਿ ਜੇ ਇਹਨਾਂ ਤੋਂ ਕਮੇਟੀ ਅਧੀਨ ਵਿਦਿਅਕ ਅਦਾਰੇ ਨਹੀਂ ਚੱਲ ਰਹੇ ਤਾਂ ਜ਼ਿੰਮੇਵਾਰੀ ਸਾਨੂੰ ਦਿਓ। ਅਸੀਂ ਕਈ ਵਾਰ ਕਹਿ ਚੁੱਕੇ ਹਾਂ, ਅਸੀਂ ਚਲਾ ਕੇ ਵਿਖਾਵਾਂਗੇ। ਪਰ ਇਹਨਾਂ ਦੀ ਨੀਅਤ ਅਤੇ ਬਦ ਇੰਤਜ਼ਾਮੀ ਨੇ ਅੱਜ ਹਾਲ ਇਹ ਕਰ ਛੱਡਿਆ ਹੈ ਕਿ ਸਕੂਲਾਂ ਦਾ ਸਟਾਫ ਆਪਣੇ ਹੱਕਾਂ ਲਈ ਮੋਰਚੇ ਲਾਉਣ ਨੂੰ ਮਜਬੂਰ ਹੈ। ਉਧਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦਾ ਪੱਕਾ ਮੋਰਚਾ ਜਾਰੀ ਹੈ। ਉਹ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਦਿੱਲੀ ਕਮੇਟੀ ਵੱਲੋਂ ਸਸਪੈਂਸ਼ਨ ਦੇ ਵਰਤੇ ਹਥਿਆਰ ਦਾ ਉਹਨਾਂ ਨੂੰ ਕੋਈ ਡਰ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਹੱਕ ਮੰਗ ਰਹੇ ਹਨ, ਹੱਕ ਮੰਗਣਾ ਕੋਈ ਗੁਨਾਹ ਨਹੀਂ ਹੈ। ਸਰ ਰਿਟਨ ਦਾ ਤਾਂ ਉਹਨਾਂ ਨੇ ਕੀ ਦਿੱਤਾ ਜੀ, ਮੈਨੂੰ ਖੁਦ ਨਹੀਂ ਸਮਝ ਆਇਆ ਜੀ ਪ੍ਰੋਟੈਸਟ ਕਰਨਾ ਇਲੀਗਲ ਕਿਵੇਂ ਹੋ ਗਿਆ। ਉਹਨਾਂ ਕਿਹਾ ਤੁਸੀਂ ਇਲੀਗਲ ਪ੍ਰੋਟੈਸਟ ਕਰ ਰਹੇ ਹੋ, ਇਲੀਗਲ ਪ੍ਰੋਟੈਸਟ ਪ੍ਰਪੋਜ਼ਡ ਪ੍ਰੋਟੈਸਟ ਤੋਂ ਹੈ ਨਾ ਜੀ, ਪ੍ਰਪੋਜ਼ ਸੀਗਾ, ਤੇ ਮੈਨੂੰ ਨਹੀਂ ਸਮਝ ਆਇਆ ਇਲੀਗਲ ਕਿਵੇਂ ਆ। ਮੈਂ ਤਾਂ ਵੈਸੇ ਪ੍ਰੋਟੈਸਟ ਨਾਮ ਦਿੱਤਾ ਹੀ ਨਹੀਂ ਸੀ ਇਹਨੂੰ, ਤੇ ਮੇਰਾ ਸੀਗਾ ਕਿ ਸਕੂਲ ਦੇ ਅੰਦਰ ਜਾ ਕੇ ਬੈਠਾਂ ਜੇ ਉਹਨਾਂ ਨਾਲ ਗੱਲ ਕਰਨ ਵਾਸਤੇ, ਉਹ ਆਉਣ ਜੇ ਮਜਬੂਰ ਹੋਣ ਜੇ ਕਿ ਟੀਚਰਸ ਬੈਠੇ ਨੇ ਤੇ ਸਕੂਲ 'ਚ ਚੱਲ ਹੋਏ, ਲੇਕਿਨ ਉਹਨਾਂ ਨੇ ਸਾਨੂੰ ਮਜਬੂਰ ਕਰਤਾ, ਅੰਦਰੋਂ ਤਾਲੇ ਲਾ ਕੇ ਕਿ ਤੁਸੀਂ ਬਾਹਰ ਬੈਠੋ। ਸਰ ਉਹ ਜਵਾਬਦੇਹੀ ਤੋਂ ਭੱਜ ਰਹੇ ਨੇ। ਮੈਂ ਉਹਨਾਂ ਤੋਂ ਸਵਾਲ ਪੁੱਛ ਰਹੀ ਹਾਂ, ਉਹ ਸਵਾਲ ਦੇ ਜਵਾਬ ਨਹੀਂ ਦੇਣਾ ਚਾਹ ਰਹੇ। ਮੇਰਾ ਸਵਾਲ ਹੈਗਾ ਆ ਕਿ ਤੁਸੀਂ ਐਫੀਡੇਵਿਟ ਦਿੱਤਾ ਆ ਕਰੋੜ ਦੇ ਵਿੱਚ ਕਿ ਸਾਡੇ ਤੋਂ 3 ਕਰੋੜ 37 ਲੱਖ ਰੁਪਏ ਆਏ ਨੇ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ, ਤੇ ਜਦ ਕਿ ਸਾਨੂੰ ਪਤਾ ਹੈ ਸਾਡੀ ਸੈਲਰੀਜ਼ ਜਿਹੜੀਆਂ ਨੇ 2 ਕਰੋੜ 60 ਲੱਖ ਰੁਪਏ ਰਿਲੀਜ਼ ਹੋਈਆਂ ਨੇ, ਤੇ 76 ਲੱਖ ਰੁਪੀਸ ਕਿੱਥੇ ਨੇ? ਉਹ ਕਿਉਂ ਨਾ ਰਿਲੀਜ਼ ਹੋਏ ਔਰ ਕਿਹੜੇ ਅਕਾਊਂਟ 'ਚ ਗਏ ਨੇ? ਉਹ ਪੁੱਛਦੀ ਹਾਂ, ਤੇ ਉਹਨਾਂ ਤੋਂ ਇਹ ਜਵਾਬ ਨਹੀਂ ਹੈ, ਉਹ ਮੈਨੂੰ ਜਵਾਬ ਨਹੀਂ ਦੇਣਾ ਚਾਹੁੰਦੇ। ਫਿਰ ਦੂਸਰਾ ਉਹ ਕਹਿ ਰਹੇ ਨੇ ਕਿ ਸਾਨੂੰ 1 ਕਰੋੜ 70 ਲੱਖ ਰੁਪਏ ਆਉਣਾ ਆ, ਜਦ ਕਿ ਅਸੀਂ ਸੈਲਰੀ 2.25 ਕਰੋੜ ਰੁਪਏ ਦੇਣੀ ਹੈ। ਤੇ ਫਿਰ ਮੇਰਾ ਦੂਸਰਾ ਸਵਾਲ ਇਹ ਹੈ ਕਿ ਤੁਹਾਡੀ ਦੇਣਦਾਰੀ ਜ਼ਿਆਦਾ ਹੈਗੀ ਹੈ ਤੇ ਲੈਣਦਾਰੀ ਘੱਟ ਹੈਗੀ ਹੈ, ਤੇ ਉਸ ਤੋਂ ਬਾਅਦ ਵੀ ਤੁਸੀਂ ਮੋਟੇ ਸੈਲਰੀ ਵਾਲੇ ਜਿਹੜੇ ਆਪਣੇ ਚਹੇਤੇ ਨੇ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਕਰ ਰਹੇ ਹੋ। ਵਾਈਸ ਪ੍ਰੈਜ਼ੀਡੈਂਟ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੈ, ਉਹ ਸਾਡੇ ਸਕੂਲ ਦੇ ਵਿੱਚ ਇੰਪਲੋਈ ਹੈ। 2019-20 ਦੇ ਵਿੱਚ ਉਹਨਾਂ ਨੇ ਸਕੂਲ ਦਾ ਇੱਕ ਬੱਚਾ ਵੀ ਨਹੀਂ ਪੜ੍ਹਾਇਆ ਹੈ, ਜਦ ਪੂਰੇ ਸਾਲ ਸੈਲਰੀ ਲਈ ਹੈ। ਤੇ 2021 ਦੇ ਵਿੱਚ ਕਿਉਂਕਿ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਉਹ ਵੀ ਇੱਕ ਕਲਾਸ ਦੀ ਇੱਕੋ ਹੀ ਕਿਤਾਬ ਪੜ੍ਹਾ ਰਹੀ ਹੈ, ਦੂਸਰੀ ਕਿਤਾਬ ਜਿਹੜੇ ਮਿਸਟਰ ਦਾਸ ਪੜ੍ਹਾ ਰਹੇ ਨੇ। ਕੀ ਸਿਰਫ ਅੱਧੀ ਕਲਾਸ ਪੜ੍ਹਾਉਣ ਵਾਸਤੇ ਉਹਨਾਂ ਦੀ ਸੈਲਰੀ ਪੂਰੀ ਜਾਇਜ਼ ਹੈ? ਜੇ ਉਹ ਨਾ ਵੀ ਹੋਣਗੇ ਤੇ ਉਹ ਮਿਸਟਰ ਦਾਸ ਜਿਹੜੇ ਉਹ ਪੂਰੀ ਸਬਜੈਕਟ ਪੜ੍ਹਾਉਣਗੇ, ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ ਸਾਨੂੰ। ਦੂਸਰਾ ਮਿਸਟਰ ਪੂਰਵਾ ਜਿਹੜਾ DSGMC ਦਾ ਤੇ ਸਾਰੇ ਸਕੂਲਾਂ ਦਾ ਕੰਮ ਦੇਖਦੇ ਨੇ, ਜਿਨ੍ਹਾਂ ਨੂੰ DSGMC ਦਾ ਰਾਈਟ ਬਣਦਾ ਉਹਨਾਂ ਨੂੰ ਸੈਲਰੀ ਦੇਣਾ, ਕਿਉਂਕਿ ਉਹ ਸੁਸਾਇਟੀ ਦਾ ਕੰਮ ਦੇਖ ਰਹੇ ਨੇ। ਉਹ ਸੁਸਾਇਟੀ ਜਿਹੜੀ ਆ ਉਹ DSGMC ਦੇ ਅੰਡਰ ਹੈ, ਉਹਦੀ ਸੈਲਰੀ DSGMC ਨੂੰ ਬੀਅਰ ਕਰਨੀ ਚਾਹੀਦੀ ਹੈ। ਉਹਦਾ ਬਰਡਨ ਸਾਡੇ ਸਕੂਲ ਦੇ ਉੱਤੇ ਐਕਸਟਰਾ ਕਿਉਂ ਪਾ ਦਿੱਤਾ ਗਿਆ? ਐਫੀਡੇਵਿਟ ਦੇਣ ਤੋਂ ਬਾਅਦ ਤੁਸੀਂ ਉਹਦੀ ਟ੍ਰਾਂਸਫਰ ਕੀਤੀ ਹੈ। ਤੀਸਰਾ ਜਿਹੜੀ ਹੈ ਇੱਕ HM ਬਣਾਈ ਹੈ, ਜਿਹੜੀ ਇਹਨਾਂ ਦੀ ਬਹੁਤ ਖਾਸ ਬੰਦੇ ਜਾਂਦੇ ਰਾਈਟ ਹੈਂਡ ਦੀ ਸਜੀ ਭੈਣ ਹੈਗੀ ਹੈ ਮਿਸਟਰ ਕੁਲਵੰਤ ਸਿੰਘ ਬਾੜ ਦੇ, ਤੇ ਉਹ ਜਿਹੜੀ 2017 ਦੇ ਵਿੱਚ PGT ਬਣਦੀ ਹੈਗੀ ਹੈ, ਤੇ ਅੱਜ 2020 ਦੇ ਵਿੱਚ ਉਹਨੂੰ ਆਫੀਸ਼ੀਏਟਿੰਗ HM ਬਣਾ ਕੇ ਲਿਆਂਦਾ ਜਾਂਦਾ ਹੈ। ਕੀ ਇਹ ਜਾਇਜ਼ ਹੈ? ਆ 3 ਜਿਹੜੀ ਪ੍ਰਮੋਸ਼ਨਸ ਹੋਈਆਂ ਨੇ, ਜਿਹੜੇ ਟ੍ਰਾਂਸਫਰ ਹੋਈਆਂ ਨੇ, ਜੇ ਇਹ ਟ੍ਰਾਂਸਫਰ ਵਾਪਸ ਹੋ ਜਾਣ, ਇੱਥੇ ਸਾਡੇ 4th ਕਲਾਸ ਇੰਪਲੋਈਜ਼ ਦੀ ਅੱਧੀ ਸੈਲਰੀ ਨਿਕਲ ਜਾਂਦੀ ਹੈ। ਕਿ ਅਸੀਂ ਆਪਣੀ ਸੈਲਰੀਜ਼ ਦਾ ਰਾਈਟ ਮੰਗਣ ਵਾਸਤੇ ਇਹਨਾਂ ਤੋਂ ਜਵਾਬਦੇਹੀ ਨਹੀਂ ਹੈ ਜੀ, ਇਹਨਾਂ ਨੇ ਜਵਾਬਦੇਹੀ ਆਪਣੀ ਤੈਅ ਨਹੀਂ ਕਰਵਾਉਣੀ ਹੈ ਜੀ, ਇਸ ਕਰਕੇ ਸਾਨੂੰ ਇਹਨਾਂ ਨੇ ਸੜਕਾਂ 'ਤੇ ਰੋਲ ਦਿੱਤਾ ਆ। ਸਰ ਕੋਰਟ ਦੇ ਵਿੱਚ ਇਹਨਾਂ ਨੇ ਐਫੀਡੇਵਿਟ ਦਿੱਤਾ, ਸਬਮਿਸ਼ਨ ਦਿੱਤਾ ਸੀ ਕਿ ਅਸੀਂ 60% ਸੈਲਰੀ ਅਪ੍ਰੈਲ ਤੇ ਮਈ ਦੀ ਦੇਵਾਂਗੇ। ਉਹ ਇੱਕ ਇੰਟਰੀਮ ਆਰਡਰ ਸੀ। ਉਸ ਤੋਂ ਬਾਅਦ ਨੈਕਸਟ ਪ੍ਰੋਸੀਡਿੰਗ ਦੇ ਵਿੱਚ ਕੋਰਟ ਨੇ ਕਿਹਾ ਸੀ ਰਿਸਪੋਂਡੈਂਟ ਨੰਬਰ 2 ਜੋ ਕਿ ਮਨਜਿੰਦਰ ਸਿੰਘ ਸਰਸਾ ਨੇ, ਉਹਨਾਂ ਨੂੰ ਐਫੀਡੇਵਿਟ ਦੇਣਾ ਸੀ ਕਿ ਬਾਕੀ ਏਰੀਆਸ ਜਿਹੜਾ ਆ
ਚਾਹੇ ਉਹ ਅਪ੍ਰੈਲ ਦਾ, ਮਈ ਦਾ, ਜੂਨ ਦਾ, ਜੁਲਾਈ ਦਾ, ਜੋ ਵੀ ਏਰੀਅਰ ਬਣਦਾ ਹੈ, ਅਗਸਤ ਦੇ ਵਿੱਚ ਉਹ ਡੇਟ ਲੱਗੀ ਤੇ ਤੁਸੀਂ ਉਹ ਕਿਵੇਂ ਦੋਗੇ? ਉਹ ਐਫੀਡੇਵਿਟ ਦਿਓ। 31 ਅਗਸਤ ਨੂੰ ਦੁਬਾਰਾ ਡੇਟ ਸੀ, ਇਹਨਾਂ ਨੇ ਬੜੀ ਗੇਮ ਖੇਡ ਕੇ ਉਹਨਾਂ ਨੇ ਉਸ ਆਰਡਰ ਨੂੰ ਜਿਹੜਾ ਆ ਉਹ ਮੈਨੂਪਲੇਟ ਕਰਦੇ ਕਿ ਅਸੀਂ ਤਾਂ ਇਹ ਸਬਮਿਸ਼ਨ ਦਿੱਤੀ ਸੀ ਕਿ ਸਕੂਲ ਦੇ ਚੇਅਰਮੈਨ ਜਿਹੜੇ ਨੇ ਉਹ ਐਫੀਡੇਵਿਟ ਦੇਣਗੇ। ਜਦ ਸਕੂਲ ਸਾਡਾ ਰਿਸਪੋਂਡੈਂਟ ਹੀ ਨਹੀਂ ਹੈ, ਜਦ ਸਕੂਲ ਦੇ ਚੇਅਰਮੈਨ ਕਿਵੇਂ ਐਫੀਡੇਵਿਟ ਦੇ ਸਕਦੇ ਨੇ? ਰਿਸਪੋਂਡੈਂਟ ਜਿਹੜੇ ਹੈਗੇ ਨੇ ਉਹ ਹੈਗੀ ਹੈ ਸੁਸਾਇਟੀ ਤੇ ਪਲੱਸ DSGMC, ਉਹਨਾਂ ਨੇ ਐਫੀਡੇਵਿਟ ਦੇਣਾ ਸੀ, ਦੇਣਦਾਰੀ ਉਹਨਾਂ ਦੀ ਬਣਦੀ ਹੈ। ਸਰ ਦੇਖੋ, ਸਾਡੀ ਆ ਜਿਹੜੀ ਐਜੀਟੇਸ਼ਨ ਸੀ, ਸਾਡਾ ਜਿਹੜਾ ਲੜਾਈ ਸੀ ਸਾਡੀ ਕੋਰਟ ਦੇ ਵਿੱਚ ਚੱਲ ਰਹੀ ਸੀ, ਅਸੀਂ ਬਾਹਰ ਨਹੀਂ ਸੀ, ਅਸੀਂ ਪੜ੍ਹਾ ਰਹੇ ਸੀ ਕਿ ਅਸੀਂ ਉਹਨਾਂ ਨਾਲ ਲੀਗਲੀ ਫਾਈਟ ਕਰ ਰਹੇ ਸੀ। ਲੇਕਿਨ ਹਰਜਿੰਦਰ ਸਿੰਘ ਦੀ ਡੈਥ ਨੇ ਸਾਨੂੰ ਜਿਹੜਾ ਪ੍ਰਵੋਧ ਕਰ ਦਿੱਤਾ ਹੈ। ਹਰਜਿੰਦਰ ਸਿੰਘ ਦੀ ਡੈਥ ਦੇ ਨਾਲ ਸਾਨੂੰ ਇਹ ਸਮਝ ਆ ਗਿਆ ਕਿ ਸਾਨੂੰ ਕਿਸੇ ਨੂੰ ਵੀ ਲੋੜ ਪਏ ਜੀ ਅਚਾਨਕ ਦੇ ਪੈਸੇ ਦੀ, ਤੇ ਸਾਡੀ ਮੈਨੇਜਮੈਂਟ ਸਾਨੂੰ ਪੈਸਾ ਨਹੀਂ ਦੇਣ ਵਾਲੀ, ਉਹ ਭੱਜੇਗੀ ਸਾਨੂੰ ਪੈਸਾ ਦੇਣ ਤੋਂ। ਕਿਉਂਕਿ ਹਰਜਿੰਦਰ ਸਿੰਘ ਦਾ ਜਦ ਮੈਨੂੰ ਪਤਾ ਚੱਲਿਆ, ਮੈਂ ਮਨਜਿੰਦਰ ਸਿੰਘ ਸਰਸਾ ਨੂੰ ਖੁਦ ਪਰਸਨਲੀ ਮੈਸੇਜ ਕੀਤਾ ਕਿ ਇਸ ਸਾਡੇ EMPLOYEE ਦੀ ਇਮੀਡੀਏਟਲੀ ਸੈਲਰੀ ਰਿਲੀਜ਼ ਕੀਤੀ ਜਾਏ। ਉਹਦੀ ਸੈਲਰੀ ਰਿਲੀਜ਼ ਕਰਨ ਵਾਸਤੇ ਕੋਰਟ ਨੇ ਵੀ ਉਹਨਾਂ ਨੂੰ ਵਰਬਲ ਇਨਸਟਰਕਸ਼ਨ ਦਿੱਤੀ ਸੀ, ਜਦ ਕਿ ਪੂਰਾ ਹਫਤਾ ਲੱਗ ਗਿਆ ਉਹਨਾਂ ਨੂੰ, ਉਹਨਾਂ ਦੀ ਸੈਲਰੀ ਸਾਈਨ ਨਹੀਂ ਹੋਈ। ਅਗਲੇ ਫਰਾਈਡੇ ਉਹ ਵਿਚਾਰੇ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਮੰਡੇ ਜਾ ਕੇ ਉਹਦੀ ਸੈਲਰੀ ਰਿਲੀਜ਼ ਹੁੰਦੀ ਹੈ, ਜਾਂ ਸੈਟਰਡੇ ਹੁੰਦੀ ਹੈ ਜਾਂ ਮੰਡੇ ਹੁੰਦੀ ਹੈ, ਜਿਵੇਂ ਵੀ ਹੁੰਦੀ ਹੈ। ਲੇਕਿਨ ਉਹਦੀ ਡੈਥ ਤੋਂ ਬਾਅਦ ਰਿਲੀਜ਼ ਕਰ ਵੀ ਦਿੱਤੀ, ਤੇ ਕੀ ਹੈ ਜਦੋਂ ਮਤਲਬ ਲੋੜ ਸੀ ਉਦੋਂ ਤੁਸੀਂ ਨਹੀਂ ਕਰ ਪਾਏ। ਸਰ ਚੈਲੰਜਸ ਜਿਵੇਂ ਹੁਣ ਸਭ ਤੋਂ ਵੱਡਾ ਚੈਲੰਜ ਹੈ ਸਰ EMIs ਦਾ, ਉਹ ਹੁਣ ਭਰਨੀਆਂ ਬੜੀਆਂ ਔਖੀਆਂ ਹੋ ਰਹੀਆਂ ਨੇ। ਜਿੰਨੀ ਕੋਈ ਵੀ ਆਪਣਾ ਜਿਹੜਾ ਲੋਨ ਲੈਂਦਾ ਹੈ ਆਪਣੀ ਇਨਕਮ ਦੇ ਅਕੋਰਡਿੰਗਲੀ ਲੈਂਦਾ ਹੈ, ਜੇ ਇੰਨੀ ਇਨਕਮ ਹੈ ਉਸ ਹਿਸਾਬ ਨਾਲ ਉਹ ਦੇਖਦਾ ਜੀ ਮੇਰੇ ਇੰਨੇ ਖਰਚੇ ਨੇ, ਮੈਂ ਇੰਨਾ ਲੋਨ ਬੀਅਰ ਕਰ ਸਕਦਾ। ਉਸ ਤਰ੍ਹਾਂ ਸਾਰਿਆਂ ਦੇ ਲੋਨ ਚੱਲ ਰਹੇ ਨੇ, ਹਰ ਇੱਕ ਮੇਰੇ ਖਿਆਲ 80% ਸਟਾਫ ਦੇ ਲੋਨ ਚੱਲ ਰਹੇ ਨੇ, ਤੇ ਉਹ EMIs ਕਈਆਂ ਦੀ ਐਸੀਆਂ ਨੇ ਕਿ ਜਿੰਨੀ ਸੈਲਰੀ ਆ ਰਹੀ ਉਸ ਤੋਂ ਜ਼ਿਆਦਾ ਦੀ EMIs ਨੇ। ਉਸ ਤੋਂ ਬਾਅਦ ਉਹਨਾਂ ਦੇ ਮੈਡੀਕਲ ਐਕਸਪੈਂਸ ਨੇ, ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਫੀਸ ਭਰਵਾਉਣੀਆਂ ਨੇ ਉਹਨਾਂ ਨੇ। ਉਹ ਸਾਰੀ ਚੀਜ਼ਾਂ ਕਿੱਥੋਂ ਪੂਰੀਆਂ ਹੋਣਗੀਆਂ? ਅਸੀਂ ਆਨਲਾਈਨ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਸਾਡਾ ਨੈਟ ਰਿਚਾਰਜ ਕਰਾਉਣਾ ਆ, ਫੋਨ ਸਾਡੇ ਇੰਨੇ ਹੈਂਗ ਹੋ ਜਾਂਦੇ ਨੇ ਕਿਉਂਕਿ ਬੱਚੇ ਆਪਣਾ ਸਾਰਾ ਕੰਮ ਜਿਹੜਾ PDF ਫਾਈਲ 'ਚ ਭੇਜਦੇ ਆ। ਤੁਸੀਂ ਵੀ ਜਾਣਦੇ ਹੋ ਕਿ PDF ਫਾਈਲ ਫੋਨ ਨੂੰ ਬਿਲਕੁਲ ਤਬਾਹ ਕਰ ਦਿੰਦੀ ਹੈ। ਬਹੁਤ ਜ਼ਿਆਦਾ ਸਾਨੂੰ ਇਹ ਸਾਰੇ ਚੈਲੰਜ ਆ ਰਹੇ ਕਿ ਅਸੀਂ ਫੋਨ ਵੀ ਤਕਰੀਬਨ ਸਭ ਨੇ ਚੇਂਜ ਕੀਤੇ ਨੇ ਇਸ ਦੌਰਾਨ, ਤੇ ਹੁਣ ਜਦ ਸੈਲਰੀਆਂ ਨਹੀਂ ਆਉਂਦੀਆਂ ਅਸੀਂ ਕਿਵੇਂ ਕਰ ਪਾਵਾਂਗੇ? ਸਾਨੂੰ ਨਹੀਂ ਸਮਝ ਆ ਰਿਹਾ। ਅਸੀਂ ਆਹੀ ਚੀਜ਼ ਤੇ ਨਾ ਤੋਂ ਐਡਰੈਸ ਕਰਵਾਉਣਾ ਚਾਹ ਰਹੇ ਹਾਂ, ਇੱਕ ਸੋਲੂਸ਼ਨ ਲੱਭੀਏ ਕਿ ਕਿੰਨਾ DSGMC ਸਾਨੂੰ ਦੇ ਸਕਦੀ ਹੈ, ਕਿੰਨਾ ਸਕੂਲ ਦੇ ਵਿੱਚ ਅਸੀਂ ਪੇਰੈਂਟ ਤੋਂ ਮੈਕਸਿਮਮ ਅਸੀਂ ਕਨਵਿੰਸ ਕਰਾ ਸਕਦੇ ਹਾਂ, ਤਾਂ ਕਿ ਇੱਕ ਸਾਨੂੰ ਹੈਂਡਸਮ ਅਮਾਊਂਟ ਮਿਲੇ ਜਿਹਦੇ ਸਾਡਾ ਖਰਚਾ ਵੀ ਚੱਲੇ ਔਰ ਤੁਹਾਡਾ ਵੀ ਚੱਲੇ। ਔਰ ਸੈਲਰੀ ਸੀ ਜਿੱਥੋਂ ਦਾ ਗੱਲ ਹੈ, ਜੇ ਤਾਂ ਪਿਛਲੇ ਪੂਰੇ ਟਾਈਮ 'ਚ ਰੈਗੂਲਰ ਹੁੰਦਾ, ਸਾਨੂੰ ਪੇ ਕਮਿਸ਼ਨ ਵੀ 7th ਲੱਗ ਗਿਆ ਹੁੰਦਾ, ਤੇ ਅਸੀਂ ਕਹਿੰਦੇ ਚਲੋ ਠੀਕ ਹੈ ਜੀ, ਹਮੇਸ਼ਾ ਸਾਨੂੰ ਮੈਨੇਜਮੈਂਟ ਦਿੰਦੀ ਰਹੀ ਹੈ, ਚਲੋ ਹੁਣ ਪੈਂਡੇਮਿਕ ਦਾ ਟਾਈਮ ਹੈ, ਚਲੋ ਇਹ ਕੱਢ ਲਾਂਗੇ, ਆਉਣ ਵਾਲੇ ਟਾਈਮ ਸਾਡੀ ਦੁਬਾਰਾ ਰੈਗੂਲਰ ਹੋ ਜਾਣਗੀਆਂ ਤੇ ਅਸੀਂ ਵਾਪਸ ਵੀ ਕਰ ਦਾਂਗੇ। ਸਾਨੂੰ ਪਤਾ 2015 ਤੋਂ 2016 ਤੋਂ ਸਾਨੂੰ ਰੈਗੂਲਰ ਹੈ ਹੀ ਨਹੀਂ ਸੈਲਰੀਜ਼, ਸਾਨੂੰ ਇਹ ਨਹੀਂ ਪਤਾ ਆਉਣ ਵਾਲੇ ਕਿੰਨੇ ਟਾਈਮ 'ਚ ਰੈਗੂਲਰ ਹੋਏਗੀ। ਜੇ ਅਸੀਂ ਕਿਸੇ ਤੋਂ ਫੜ ਵੀ ਲੈਂਦੇ ਹਾਂ ਮੋਟੇ ਇੰਟਰਸਟ ਨਾਲ, ਕਿਸੇ ਬਾਹਰੋਂ ਅਨਸਿਕਿਉਰਡ ਲੋਨ ਫੜ ਲੈਂਦੇ ਹਾਂ, ਤੇ ਕੀ ਉਹਦਾ ਉਹ ਸੋਲੂਸ਼ਨ ਹੈ ਕਿ ਅਸੀਂ ਦੇ ਪਾਵਾਂਗੇ, ਕਿ ਸਾਡੀ ਸੈਲਰੀਜ਼ ਆਉਣਗੀਆਂ? ਸਾਡਾ ਫਿਊਚਰ ਵੀ ਕੁਐਸਚਨ ਦੇ ਵਿੱਚ ਹੈ ਕਿ ਅਸੀਂ ਕੀ ਉਹ ਦੇ ਪਾਵਾਂਗੇ? ਸਭ ਤੋਂ ਵੱਡੀ ਗੱਲ ਹੈ ਜਿਹੜਾ ਇੱਕ ਮਤਲਬ ਸਿੰਗਲ ਲੇਡੀ ਹੈ ਜਾਂ ਵਿਡੋ ਲੇਡੀ ਹੈ ਜਾਂ ਸਿੰਗਲ ਡਿਵੋਰਸੀ ਹੈ, ਔਰ ਸਪੋਜ਼ ਉਹਨੂੰ ਪੈਸੇ ਦੀ ਲੋੜ ਪੈਂਦੀ, ਉਹਦੇ ਪੇਰੈਂਟਸ ਵਗੈਰਾ ਕੋਈ ਵੀ ਨਹੀਂ ਹੈ ਜੇ, ਤੇ ਉਹ ਕਿੱਧਰ ਜਾਏਗੀ? ਜੇ ਉਹ ਕਿਸੇ ਤੋਂ ਹੈਲਪ ਮੰਗੇਗੀ, ਕੀ ਉਹ ਐਕਸਪਲੋਇਟ ਨਹੀਂ ਹੋਣ ਦਾ ਉਹਦਾ ਡਰ ਹੈਗਾ? ਕਿ ਅਸੀਂ ਗੁਰਸਿੱਖ ਹੈਗੇ ਹਾਂ ਕਿ ਅਸੀਂ ਇੰਨੀ ਚੀਜ਼ਾਂ ਨੂੰ ਅਸੀਂ ਦੇਖਾਂਗੇ ਨਹੀਂ? ਮਨਜਿੰਦਰ ਸਿੰਘ ਸਰਸਾ ਜੀ ਤਾਂ ਆਪਣੇ ਤੁਸੀਂ AC ਗੱਡੀਆਂ 'ਚ ਘੁੰਮਦੇ ਹੋ, ਵੱਡੇ ਵੱਡੇ ਬੰਗਲਿਆਂ 'ਚ ਰਹਿੰਦੇ ਹੋ, ਕਰੋੜਾਂਪਤੀ ਅਸਾਮੀ ਹੋ, ਰੱਬ ਨਾ ਕਰੇ ਤੁਹਾਨੂੰ ਕਦੇ ਐਸਾ ਕੋਈ ਟਾਈਮ ਮਿਲੇ ਕਿ ਤੁਹਾਨੂੰ ਪੈਸੇ ਦੀ ਲੋੜ ਹੋਏ ਤੇ ਤੁਹਾਨੂੰ ਉਸ ਟਾਈਮ ਕਿਸੇ ਦੇ ਅੱਗੇ ਹੱਥ ਫੈਲਾਉਣਾ ਪੈ ਜੇ। ਦਿੱਲੀ ਕਮੇਟੀ ਅਧੀਨ ਚੱਲਦੇ ਵਿਦਿਅਕ ਅਦਾਰਿਆਂ ਦਾ ਸਟਾਫ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੈ, ਪਰ ਕਦੇ ਬਾਲੀਵੁੱਡ ਦੇ ਕਿੱਸੇ ਸ਼ੇਅਰ ਕਰਨ ਅਤੇ ਕਦੇ ਆਪਣੀ ਸਵੈ ਪ੍ਰਮੋਸ਼ਨ 'ਚ ਮਸ਼ਰੂਫ DSGMC ਦੇ ਉੱਚ ਅਹੁਦੇਦਾਰਾਂ ਨੂੰ ਇਸ ਦੀ ਕੋਈ ਪਰਵਾਹ ਨਹੀਂ। ਅੱਜ ਸੂਰਤ-ਏ-ਹਾਲ ਇਹ ਹੈ ਕਿ ਮਹਾਮਾਰੀ ਦੇ ਇਸ ਦੌਰ ਦਰਮਿਆਨ ਘਰ-ਬਾਰ ਛੱਡ ਸਟਾਫ ਮੋਰਚਾ ਸਾਂਭੀ ਬੈਠਾ ਹੈ, ਤਾਂ ਇਹਨਾਂ ਦੀਆਂ ਮੰਗਾਂ ਸੁਣਨ ਅਤੇ ਹੱਲ ਕਰਨ ਦੀ ਥਾਂ ਸਸਪੈਂਡ ਕਰਨ ਵਰਗੇ ਕਦਮ ਚੁੱਕ ਉਹਨਾਂ ਦੇ ਧਰਨੇ ਤੇ ਰੋਸ ਮੁਜ਼ਾਹਰੇ ਨੂੰ ਤਾਰ-ਪੀੜੋ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।